गुड मॉर्निंग ऑल। मैं ਤੁਹਾਨੂੰ ਕਰਾ ਰਹੀ ਹਾਂ ਮੋਨਿਕਾ ਮਹਿਤਾ ਸਾਇੰਸ ਮਿਸਟਰਸ GSS ਲੋਗੜ। ਅੱਜ ਤੁਹਾਨੂੰ ਕਰਾ ਰਹੀ ਹਾਂ ਸੈਪਰੇਸ਼ਨ ਆਫ ਸਬਸਟੈਂਸ ਕਿ ਸਬਸਟੈਂਸ ਨੂੰ ਕਿਵੇਂ ਅਲੱਗ ਕਰਦੇ ਆ। ਦੋ ਸੋਲਿਡ ਦਾ ਮਿਕਸਚਰ ਹੋਵੇ, ਦੋ ਲਿਕੁਇਡ ਹੈ, ਉਹ ਘੁਲਣਸ਼ੀਲ ਹੈ ਜਾਂ ਅਘੁਲਣਸ਼ੀਲ ਹੈਗਾ, ਸੋਲੂਬਲ ਔਰ ਇਨਸੋਲੂਬਲ ਸਬਸਟੈਂਸਸ ਐਨੀ ਸੋਲਿਡ ਲਿਕੁਇਡ ਕਿਸੇ ਵੀ ਟਾਈਪ ਦਾ ਸੋਲਿਡ ਇਨ ਗੈਸ ਹਾਓ ਵੀ ਸੈਪਰੇਟ ਦੀਜ਼। ਇਹਨਾਂ ਨੂੰ ਕਿਵੇਂ ਨਿਖੇੜਦੇ ਹੈਗੇ ਆ। ਆਓ ਪਿਆਰੇ ਵਿਦਿਆਰਥੀਓ ਅਸੀਂ ਇਸ ਪਾਠ ਦੇ ਬਾਰੇ ਜਾਣੀਏ ਕਿਆ ਹੈਗਾ ਇਹਦੇ ਵਿੱਚ। ਨਾ ਅਸੀਂ ਡੇਲੀ ਲਾਈਫ 'ਚ ਘਰ ਚਾਹ ਭੁੰਨਦੇ ਹੈਗੇ ਆ, ਛਾਣਦੇ ਹੈਗੇ ਆ, ਸੀਵ ਕਰਦੇ ਆ ਔਰ ਇਹ ਆਟਾ ਛਾਣ ਰਹੇ ਹੈਗੇ ਆ। ਤਾਂ ਇੱਦਾਂ ਕੀ ਹੈ, ਜਿਹੜੇ ਪਾਰਟੀਕਲ ਇਹਦੇ ਸੀਵ ਦੇ ਸਾਈਜ਼ ਦੇ ਹੋਣਗੇ ਉਹ ਇਹਦੇ ਵਿੱਚੋਂ ਪਾਸ ਹੋ ਜਾਣਗੇ। ਹੈਵੀ ਪਾਰਟੀਕਲ ਜਿਹੜੇ ਲਾਰਜ ਸਾਈਜ਼ ਦੇ ਕਣ ਹੈ ਉਹ ਛਾਲਣੀ ਦੇ ਉੱਤੇ ਰਹਿ ਜਾਣਗੇ। ਇੱਦਾਂ ਇਹ ਇੱਕ ਘਰੇਲੂ ਮੈਥਡ ਹੈ। ਦੋ ਮਿਕਸਚਰ 'ਚੋਂ ਸੋਲਿਡ ਦੇ ਮਿਕਸਚਰ 'ਚੋਂ ਛਾਨਣਾ ਜਾਂ ਭੁੰਨਣਾ, ਚਾਹ ਵਗੈਰਾ ਤੁਸੀਂ ਭੁੰਨਦੇ ਹੈਗੇ ਹੋ। ਅੱਗੇ ਹੈਗਾ ਫਿਲਟਰੇਸ਼ਨ ਮੈਥਡ। ਕਿਵੇਂ ਕੀਤੀ ਜਾਂਦੀ ਹੈ ਫਿਲਟਰੇਸ਼ਨ। ਬੀਕਰ ਦੇ ਵਿੱਚ ਕੋਈ ਘੋਲ ਹੈਗਾ ਜਿਵੇਂ ਨਮਕ ਦਾ ਜਾਂ ਮਿੱਟੀ ਦਾ ਜਾਂ ਸੋਲਟ ਵਗੈਰਾ ਦਾ, ਤਾਂ ਅਸੀਂ ਕੀ ਕਰਦੇ ਹੈਗੇ ਆ, ਬੀਕਰ 'ਚ ਘੋਲ ਲੈਂਦੇ ਹਾਂ। ਸੈਂਡ ਅਤੇ ਵਾਟਰ ਕਲੈਂਪ ਸਟੈਂਡ ਲਗਾਇਆ, ਫਿਲਟਰੇਸ਼ਨ ਫਨਲ ਲਗਾਈ ਹੈਗੀ ਹੈ, ਕੀਪ। ਇਹਦੇ ਵਿੱਚ ਫਿਲਟਰ ਪੇਪਰ ਲਗਾਉਂਦੇ ਹਾਂ। ਫਿਲਟਰ ਪੇਪਰ ਦੇ ਰਾਹੀਂ ਜੋ ਹੈ ਤੁਹਾਡਾ ਦਰਵ ਲਿਕੁਇਡ ਫਿਲਟਰ ਹੋ ਜਾਏਗਾ ਔਰ ਸੋਲਿਊਟ, ਠੀਕ ਹੈ, ਸੈਂਡ ਵਗੈਰਾ ਨੀਚੇ ਰਹਿ ਜਾਏਗੀ, ਉੱਪਰ ਰਹਿ ਜਾਏਗੀ ਫਿਲਟਰ ਪੇਪਰ 'ਤੇ। ਇਸ ਤਰ੍ਹਾਂ ਦਿਸ ਪ੍ਰੋਸੈਸ ਇਜ਼ ਨੋਨ ਐਜ਼ ਦੀ ਫਿਲਟਰੇਸ਼ਨ। ਤੁਸੀਂ ਕੀ ਕਰ ਸਕਦੇ ਹੋ, ਫਿਲਟਰੀਕਰਨ ਕਰ ਸਕਦੇ ਹੋ। ਫਿਲਟਰੀਕਰਨ ਰਾਹੀਂ ਕ੍ਰਿਸਟਲਸ ਨੂੰ ਸੈਪਰੇਟ ਕਰ ਸਕਦੇ ਹੋ ਜਾਂ ਸੈਂਡ ਅਤੇ ਵਾਟਰ ਦੇ ਮਿਕਸਚਰ 'ਚੋਂ ਇਹਨਾਂ ਨੇ ਸੈਪਰੇਟ ਕਰਕੇ ਦਿਖਾਇਆ। ਔਰ ਜਿਸ 'ਤੇ ਫਨਲ ਨੂੰ ਟੰਗਿਆ ਹੋਇਆ ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਕਲੈਂਪ ਸਟੈਂਡ ਬੋਲਦੇ ਹੈਗੇ ਆ। ਯੂ ਕੈਨ ਸੀ। ਔਰ ਕੋਈ ਚੀਜ਼ ਪਾਣੀ ਦੇ ਵਿੱਚ, ਮੰਨ ਲਓ ਅਸੀਂ ਫੋਟੋਗ੍ਰਾਫੀ ਦਾ ਸੋਲਿਊਸ਼ਨ ਲਿਆ, ਉਹਦੇ ਵਿੱਚ ਸਿਲਵਰ ਦੇ ਪਾਰਟੀਕਲਸ ਹੈ, ਜਿਹੜੇ ਚੁੰਬਕੀ ਪਦਾਰਥ ਹੈ, ਮੈਗਨੈਟਿਕ ਪਦਾਰਥ ਹੈ, ਉਹ ਮੈਗਨੇਟ ਕੰਨੀ ਖਿੱਚੇ ਜਾਣਗੇ। ਇੱਦਾਂ ਕਿਸੇ ਵੀ ਸੋਲਿਊਸ਼ਨ 'ਚੋਂ ਕੋਈ ਵੀ ਮੈਗਨੈਟਿਕ ਸਬਸਟੈਂਸ ਹੈ ਉਹਨੂੰ ਸੈਪਰੇਟ ਕਰਨ ਲਈ ਉਹਦੇ ਕੋਲ ਕੀ ਲੈ ਕੇ ਆਈ ਜਾਂਦੀ ਹੈ, ਮੈਗਨੇਟ। ਤਾਂ ਮੈਗਨੇਟ ਚੁੰਬਕੀ ਪਦਾਰਥ ਨੂੰ ਕੀ ਕਰੇਗੀ, ਮੈਗਨੈਟਿਕ ਨੂੰ ਆਪਣੇ ਕੰਨੀ ਖਿੱਚੇਗੀ, ਉਹ ਸਾਰੇ ਇਕੱਠੇ ਹੋ ਜਾਣਗੇ ਔਰ ਅਸੀਂ ਇਹਦੇ ਵਿੱਚੋਂ ਜੋ ਦਰਵ ਹੈਗਾ ਉਹਨੂੰ ਰਿਮੂਵ ਕਰ ਲਿਆ। ਤਾਂ ਇਸ ਤਰ੍ਹਾਂ, ਠੀਕ ਹੈ, ਤੁਸੀਂ ਮੈਗਨੈਟਿਕ ਸਬਸਟੈਂਸਾਂ ਨੂੰ ਵਿਦ ਦੀ ਹੈਲਪ ਆਫ ਮੈਗਨੇਟਸ ਸੈਪਰੇਟ ਕਰ ਸਕਦੇ ਹੋ। ਮੈਗਨੇਟ ਦੀ ਹੈਲਪ ਦੇ ਨਾਲ ਇਹਨਾਂ ਨੂੰ ਅਲੱਗ ਕਰ ਸਕਦੇ ਹੈਗੇ ਆ ਅਸੀਂ, ਜਿਹੜੇ ਮੈਗਨੈਟਿਕ ਸਬਸਟੈਂਸ ਹੁੰਦੇ ਆ। ਯੂ ਕੈਨ ਸੀ। ਤੁਹਾਨੂੰ ਨਮਕ ਅਤੇ ਲੋਹ ਚੂਰਨ, ਆਇਰਨ ਫਿਲਿੰਗਸ ਦਿੱਤੀਆਂ, ਉਹਨਾਂ ਨੂੰ ਮਿਕਸ ਕਰਤਾ ਜਾਂ ਰੇਤ ਦੇ ਵਿੱਚੋਂ, ਤਾਂ ਅਸੀਂ ਮੈਗਨੇਟ ਲੈ ਕੇ ਆਵਾਂਗੇ। ਜੋ ਆਇਰਨ ਫਿਲਿੰਗਸ ਹੈ ਦੈਟ ਵਿਲ ਬੀ, ਠੀਕ ਹੈ, ਚੁੰਬਕ ਦੇ ਨਾਲ ਚਿਪਕ ਜਾਣਗੇ। ਪਿੱਛੇ ਕੀ ਰਹਿ ਜਾਏਗੀ, ਤੁਹਾਡੀ ਸੈਂਡ ਰਹਿ ਜਾਏਗੀ ਜਾਂ ਸੋਲਟ ਵਗੈਰਾ। ਦਿਸ ਵੇ ਵੀ ਕੈਨ ਸੈਪਰੇਟ ਦੀ ਆਇਰਨ ਫਿਲਿੰਗ ਔਰ ਚੁੰਬਕੀ ਪਦਾਰਥਾਂ ਨੂੰ ਸੈਪਰੇਟ ਕਰ ਸਕਦੇ ਹਾਂ। ਦੀਜ਼ ਆਰ ਦੀ ਮੈਗਨੈਟਿਕ, ਮਤਲਬ ਮੈਗਨੇਟਸ ਨੂੰ ਯੂਜ਼ ਕਰਕੇ। ਦੁਬਾਰਾ ਸਾਰਾ ਕਿ ਕਿਸੇ ਕੋਈ ਸੋਲਿਊਸ਼ਨ ਹੈਗਾ ਉਹਦੀ ਫਿਲਟਰੀਕਰਨ ਕੀਤਾ, ਸੋਲਿਡ ਸੈਪਰੇਟ ਕਰ ਲਿਆ, ਫਿਰ ਉਹਦੇ ਕੋਲ ਮੈਗਨੇਟ ਲਿਆਈ, ਤਾਂ ਆਇਰਨ ਦੀ ਔਰ 'ਚੋਂ ਤੁਸੀਂ ਇੱਦਾਂ ਆਇਰਨ ਨੂੰ ਸੈਪਰੇਟ ਕਰ ਸਕਦੇ ਹੋ। ਪਹਿਲਾਂ ਉਹਦਾ ਸੋਲਿਊਸ਼ਨ ਬਣਾਇਆ, ਫਿਲਟਰੇਸ਼ਨ ਕੀਤੀ ਵਿਦ ਦੀ ਹੈਲਪ ਆਫ ਫਿਲਟਰ ਪੇਪਰ ਐਂਡ ਫਨਲ। ਔਰ ਅਦਰ ਮੈਥਡ ਹੈਗਾ ਡੀਕੈਂਟੇਸ਼ਨ। ਅਸੀਂ ਦੇਖਦੇ ਹਾਂ, ਠੀਕ ਹੈ, ਡੀਕੈਂਟੇਸ਼ਨ ਇਹ ਮਿੱਟੀ ਅਤੇ ਪਾਣੀ ਦਾ ਘੋਲ ਹੈਗਾ ਜਾਂ ਯਾਨੀ ਸੋਲਟ। ਅਸੀਂ ਥੋੜ੍ਹੀ ਦੇਰ ਇਹਨੂੰ ਪਿਆ ਰਹਿੰਦੇ ਹਾਂ, ਨੀਚੇ ਸੈਡੀਮੈਂਟਸ ਬੈਠ ਜਾਣਗੇ, ਮੱਡ ਵਗੈਰਾ ਜਾਂ ਸੋਲਟ ਸਾਰਾ ਨੀਚੇ ਬੈਠ ਗਿਆ, ਜਿਵੇਂ ਕਾਪਰ ਸਲਫੇਟ ਦੇ ਕ੍ਰਿਸਟਲਸ ਹੈ ਉਹ ਸਾਰੇ ਨੀਚੇ ਬੈਠ ਜਾਣਗੇ, ਸੈਡੀਮੈਂਟ ਹੋ ਗਏ। ਉੱਪਰੋਂ ਤੁਸੀਂ ਪਾਣੀ ਨੂੰ ਡੀਕੈਂਟ ਕਰ ਸਕਦੇ ਹੋ, ਠੀਕ ਹੈ, ਨਿਤਾਰ ਸਕਦੇ ਹੋ, ਨਿਤਾਰ ਕੇ ਸੈਪਰੇਟ ਕਰ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਸੋਲਿਡ ਬਚੇਗਾ। ਬਾਅਦ 'ਚ ਉਹਨੂੰ ਸੁਕਾ ਲਿਆ ਜਾਂਦਾ ਫਿਲਟਰ ਪੇਪਰ 'ਤੇ, ਤਾਂ ਡੀਕੈਂਟ ਕਰਕੇ ਦਿਸ ਪ੍ਰੋਸੈਸ ਇਜ਼ ਨੋਨ ਐਜ਼ ਡੀਕੈਂਟੇਸ਼ਨ। ਔਰ ਤੁਸੀਂ ਹੋਰ ਕਿਵੇਂ ਕਰ ਸਕਦੇ ਹੋ, ਜਿਵੇਂ ਟੀ ਸਟੇਨਰ ਹੈਗਾ, ਠੀਕ ਹੈ, ਛਾਣ ਕੇ ਇਹਨਾਂ ਨੂੰ ਛਾਣ ਕੇ ਕ੍ਰਿਸਟਲਸ ਨੂੰ ਸੈਪਰੇਟ ਕਰ ਸਕਦੇ ਹਾਂ। ਦੀਜ਼ ਆਰ ਦੀ ਮੈਥਡ ਹਾਊ ਯੂ ਓਬਟੇਨ ਫਰੋਮ ਦੀ ਸੋਲਿਊਸ਼ਨ, ਠੀਕ ਹੈ, ਕਿਸੇ ਵੀ ਮਿਕਸਚਰ ਤੋਂ ਸੋਲਿਡ ਨੂੰ ਸੈਪਰੇਟ ਕਰਨਾ। ਅਦਰ ਮੈਥਡ ਇਜ਼ ਹਾਊ ਟੂ ਸੈਂਟਰੀਫਿਊਗੇਸ਼ਨ। ਵਟ ਇਜ਼ ਦੀ ਸੈਂਟਰੀਫਿਊਗੇਸ਼ਨ, ਅਪਕੇਂਦਰੀਕਰਨ। ਅਸੀਂ ਕੀ ਕੀਤਾ, ਕਿਸੇ
ਸੋਲਿਡ ਦੇ ਵਿੱਚੋਂ, ਠੀਕ ਹੈ, ਲਾਈਟਰ ਪਾਰਟੀਕਲਸ ਜਿਹੜੇ ਹੈਗੇ ਆ ਉਹ ਇਕੱਠੇ ਮਿਲ ਕੇ ਇੱਕ ਕੋਐਗੂਲੇਟ ਕਰ ਜਾਣਗੇ ਅਤੇ ਉਹ ਨੀਚੇ ਬੈਠ ਜਾਣਗੇ। ਸੈਂਟਰੀਫਿਊਗੇਸ਼ਨ ਦਾ ਮਤਲਬ ਹਾਈ ਸਪੀਡ 'ਤੇ ਰੋਟੇਟ ਕਰਕੇ ਲਾਈਟਰ ਮਟੀਰੀਅਲ ਜਿਹੜੇ ਹੈਗੇ ਆ ਦੇ ਵਿਲ ਸੈਟਲ ਡਾਊਨ ਐਟ ਦੀ ਬੋਟਮ, ਅਤੇ ਇਹਨਾਂ ਨੂੰ ਡੈਂਸਰ ਪਾਰਟੀਕਲ ਜਿਹੜੇ ਹੈਗੇ ਆ ਉਹ ਟੋਪ 'ਤੇ ਆ ਜਾਣਗੇ। ਦੀ ਲਾਈਟਰ ਵਨਸ ਐਟ ਦੀ ਟੋਪ ਅਤੇ ਡੈਂਸਰ ਪਾਰਟੀਕਲਸ ਨੀਚੇ ਬੈਠ ਜਾਣਗੇ। ਯੂ ਕੈਨ ਸੀ ਕਿ ਅਮਾਊਂਟ ਆਫ ਜਿੰਨੀ ਸੈਂਟਰੀਫਿਊਗੇਸ਼ਨ ਫੋਰਸ ਜ਼ਿਆਦਾ ਹੋਏਗੀ ਓਨੀ ਜਲਦੀ ਸੈਪਰੇਸ਼ਨ ਹੋਏਗੀ। ਪੁਰਾਣੇ ਜ਼ਮਾਨੇ 'ਚ ਤੁਸੀਂ ਦੁੱਧ ਤੋਂ ਦਹੀਂ ਨੂੰ ਰਿੜਕ ਕੇ ਬਟਰ ਅਲੱਗ ਕਰਦੇ ਹੋ, ਫੈਟ ਦੇ ਮੋਲੀਕਿਊਲ ਆਪਸ 'ਚ ਮਿਲ ਕੇ, ਠੀਕ ਹੈ, ਇੱਕ ਵੱਡਾ ਗੁੱਛਾ ਬਣਾਉਂਦੇ ਆ, ਤਾਂ ਇੱਦਾਂ ਕੀ ਆ ਉਹ ਸੈਪਰੇਟ ਹੋ ਜਾਂਦੇ ਆ, ਮੀਨਸ ਘੁਮਾ ਕੇ। ਸੈਂਟਰੀਫਿਊਗੇਸ਼ਨ ਮੀਨਸ ਘੁਮਾ ਕੇ। ਵਿਦ ਐਨ ਇਨਕਰੀਜ਼ ਇਨ ਸਪੀਡ ਆਫ ਰੋਟੇਸ਼ਨ ਜਿਹੜੇ ਲਾਈਟਰ ਪਾਰਟੀਕਲ ਹੈ ਦੇ ਵਿਲ ਸੈਟਲ ਡਾਊਨ ਐਟ ਦੀ ਬੋਟਮ। ਦਿਸ ਇਜ਼ ਦੀ ਸੈਂਟਰੀਫਿਊਗੇਸ਼ਨ ਮੈਥਡ। ਇਹ ਬਲੱਡ ਦੇ ਸੈਂਪਲਸ 'ਚੋਂ ਪ੍ਰੋਟੀਨਸ ਵਗੈਰਾ ਸੈਪਰੇਟ ਕਰਨ ਲਈ ਯੂਜ਼ ਹੁੰਦਾ। ਦੈਨ ਸਬਲੀਮੇਸ਼ਨ ਦਾ ਮੀਨਿੰਗ ਕੀ ਹੁੰਦਾ? ਸਲਾਈਡ ਮੂਵ। ਸਬਲੀਮੇਸ਼ਨ ਮੀਨਸ ਡਾਇਰੈਕਟਲੀ ਕਨਵਰਟਿੰਗ ਸੋਲਿਡ ਇਨਟੂ ਗੈਸ। ਇਸ 'ਚ ਅਸੀਂ ਦੋ ਮਿਕਸਚਰ ਲਿਆ ਹੈਗਾ ਸੋਡੀਅਮ ਕਲੋਰਾਈਡ ਅਤੇ ਅਮੋਨੀਆ ਕਲੋਰਾਈਡ ਦਾ। ਇਸ 'ਚੋਂ ਅਮੋਨੀਆ ਕਲੋਰਾਈਡ ਦੇ ਜਿਹੜੇ ਹੈਗੇ ਆ ਜਲਦੀ ਵਾਸ਼ ਬਣ ਜਾਂਦੇ ਹੈਗੇ ਆ, ਅਵੈਪੋਰੇਟ ਹੋ ਜਾਏਗਾ। ਇਹਦੇ ਸੋਲਿਡ ਡਾਇਰੈਕਟਲੀ ਚੇਂਜਸ ਇਨਟੂ ਵੇਪਰਸ। ਤਾਂ ਉਹ ਵੇਪਰ ਜੋ ਹੈ ਫਨਲ ਦੀ ਪਾਈਪ ਦੇ ਵਿੱਚ ਜਾ ਕੇ ਠੰਡੇ ਹੁੰਦੇ ਆ, ਕੰਡੈਂਸੇਸ਼ਨ ਹੋਏਗੀ, ਸੰਘਨਨ ਹੋਏਗਾ, ਜਿੱਥੇ ਉਹਨੂੰ ਕੀ ਹੈ ਕਾਟਨ ਪਲੱਗ ਦੇ ਨਾਲ ਬੰਦ ਕੀਤਾ ਗਿਆ ਤਾਂ ਕਿ ਅਮੋਨੀਆ ਕਲੋਰਾਈਡ ਦੇ ਗੈਸ ਜੋ ਬਣੀ ਆ ਉਹ ਅਸਕੇਪ ਨਾ ਕਰ ਸਕੇ। ਅਸੀਂ ਇਹ ਸਾਰਾ ਐਕਸਪੈਰੀਮੈਂਟਲ ਸੈਟਅਪ ਦੇਖਦੇ ਹਾਂ। ਟਰਾਈਪੋਡ ਸਟੈਂਡ ਹੈ, ਉਹਦੇ ਉੱਤੇ ਵਾਇਰ ਗੋਜ਼ ਰੱਖੀ ਹੈ, ਚਾਈਨਾ ਡਿਸ਼, ਫਿਰ ਫਨਲ ਰੱਖੀ ਹੋਈ ਆ, ਉਹਦੇ ਵਿੱਚ ਅਮੋਨੀਆ ਕਲੋਰਾਈਡ ਐਂਡ ਸੈਂਡ ਕਹਿ ਲਓ ਜਾਂ ਨਮਕ ਦਾ ਮਿਕਸਚਰ ਪਾਇਆ ਹੋਇਆ, ਔਰ ਕਾਟਨ ਪਲੱਗ ਨਾਲ ਫਨਲ ਨੂੰ ਬੰਦ ਕੀਤਾ। ਬਰਨਰ ਨਾਲ ਅਸੀਂ ਜਦੋਂ ਗਰਮ ਕਰਦੇ ਹਾਂ ਤਾਂ ਅਮੋਨੀਆ ਕਲੋਰਾਈਡ ਦਾ ਜਿਹੜਾ ਮੈਲਟਿੰਗ ਪੁਆਇੰਟ ਹੈ ਜਾਂ ਦੇ ਵਿਲ ਫੋਰਮ ਦੀ ਫਿਊਮਸ। ਉਹ ਫਿਊਮਸ ਕੀ ਹੈ ਫਨਲ ਦੀ ਪਾਈਪ ਦੇ ਵਿੱਚ ਜਾਣਗੇ, ਉੱਥੇ ਉਹ ਠੰਡੇ ਹੋਣਗੇ, ਸੰਘਨਨ ਹੋਊਗਾ, ਦੁਬਾਰਾ ਸੋਲਿਡ ਸਟੇਟ 'ਚ ਕਨਵਰਟ ਹੋ ਜਾਣਗੇ। ਇਹਨੂੰ ਜੋਹਰ ਉਡਾਉਣਾ ਵੀ ਕਹਿੰਦੇ ਹੈਗੇ ਆ। ਸਬਲੀਮੇਸ਼ਨ ਮੀਨਸ ਡਾਇਰੈਕਟਲੀ ਸੋਲਿਡ ਚੇਂਜਸ ਇਨਟੂ ਲਿਕੁਡ ਇਨਟੂ ਗੈਸ ਵਿਦਾਊਟ ਚੇਂਜਿੰਗ ਇਨਟੂ ਦੀ ਲਿਕੁਡ, ਕਿ ਠੋਸ ਜਿਹੜਾ ਹੈਗਾ ਸਿੱਧਾ ਉਹਦੇ ਵੇਪਰਸ ਬਣ ਜਾਣ। ਇਸ ਨੂੰ ਜੋਹਰ ਉਡਾਉਣਾ ਵਿਧੀ ਕਹਿੰਦੇ ਆ। ਇਹ ਜਿਸ ਤਰ੍ਹਾਂ ਨੈਪਥਲੀਨ ਦੀਆਂ ਬੋਲਸ ਹੈਗੀਆਂ, ਤੁਸੀਂ ਆਪਣੇ ਘਰਾਂ ਦੇ ਵਿੱਚ ਕੱਪੜਿਆਂ ਦੇ ਵਿੱਚ ਪਾਉਂਦੇ ਹੋ ਤਾਂ ਉਹ ਸੋਲਿਡ ਕੀ ਹੈ ਉਹਦੇ ਵਾਸ਼ ਬਣ ਜਾਂਦੇ ਆ, ਤਾਂ ਇੱਦਾਂ ਤੁਹਾਡੇ ਸਾਰੇ ਕੱਪੜੇ ਕੀ ਹੈ ਬਚ ਜਾਂਦੇ ਹੈਗੇ ਕੀੜੇ ਮਕੌੜੇ ਲੱਗਣ ਤੋਂ। ਔਰ ਡਰਾਈ ਆਈਸ, ਸੋਲਿਡ ਡਰਾਈ ਆਈਸ ਇਹ ਵੀ ਕੀ ਹੁੰਦੀ ਹੈ ਕਾਰਬਨ ਡਾਈਆਕਸਾਈਡ ਹੈ, ਸੋਲਿਡ ਹੈ। ਇਹਦੇ ਵੀ ਸਿੱਧੇ ਸੋਲਿਡ ਤੋਂ ਕੀ ਬਣਦੇ ਆ ਵੇਪਰਸ ਬਣਦੇ ਆ ਵਿਦਾਊਟ ਚੇਂਜਿੰਗ ਇਨਟੂ ਲਿਕੁਡ। ਤਾਂ ਸੈਪਰੇਸ਼ਨ ਆਫ ਟੂ ਇਨਸੋਲੂਬਲ, ਦੋ ਘੁਲਣਸ਼ੀਲ ਦਰਵਾਂ ਨੂੰ ਸੈਪਰੇਟ ਕਰਨਾ। ਜਿਹੜਾ ਲੋ ਡੈਂਸਿਟੀ ਵਾਲਾ ਲਿਕੁਡ ਹੈ ਉਹ ਅੱਪਰ ਲੇਅਰ ਬਣਾਏਗਾ, ਹਾਈ ਡੈਂਸਿਟੀ ਵਾਲਾ ਲਿਕੁਡ ਜੋ ਹੈ ਲੋਅਰ ਲੇਅਰ ਬਣਾਏਗਾ। ਵੀ ਵਿਲ ਸੀ ਦਿਸ ਐਕਸਪੈਰੀਮੈਂਟ ਆਲਸੋ ਹੈਡ, ਕਿ ਇੱਕ ਫਨਲ ਲਈ ਹੈਗੀ ਹੈ, ਇੱਕ ਉਹ ਫਲਾਸਕ ਲਈ ਹੈਗੀ ਹੈ, ਟਾਈਟਰੇਸ਼ਨ ਫਲਾਸਕ ਕਲੈਂਪ ਸਟੈਂਡ 'ਤੇ ਲਗਾਇਆ। ਆਇਲ ਇਜ਼ ਲਾਈਟਰ ਦੈਨ ਵਾਟਰ, ਤਾਂ ਆਇਲ ਕੀ ਹੈ ਟੋਪ ਲੇਅਰ ਬਣਾਏਗਾ ਔਰ ਵਾਟਰ ਨੇ ਕੀ ਬਣਾਈ ਹੈ ਲੋਅਰ ਲੇਅਰ। ਵੈਨ ਵੀ ਓਪਨ ਦੀ ਸਟੋਪ ਕੋਰਕ ਆਫ ਦਿਸ ਫਨਲ, ਜਦੋਂ ਅਸੀਂ ਫਨਲ ਦੇ ਸਟੋਪ ਕੋਰਕ ਨੂੰ ਖੋਲ੍ਹਦੇ ਹਾਂ ਤਾਂ ਜਿਹੜਾ ਲੋਅਰ ਲਿਕੁਡ ਹੈ ਉਹਨੂੰ ਸੈਪਰੇਟ ਕਰ ਸਕਦੇ ਹਾਂ, ਠੀਕ ਹੈ। ਔਰ ਇਹਦੇ ਵਿੱਚ ਫਨਲ ਦੇ ਵਿੱਚ ਕਿਆ ਰਹਿ ਜਾਏਗਾ ਆਇਲ ਰਹਿ ਜਾਂਦਾ ਹੈ। ਇਸ ਮੈਥਡ ਨਾਲ ਤੁਸੀਂ ਇਹਨੂੰ ਕੀ ਹੈ ਸੈਪਰੇਟ ਕਰ ਸਕਦੇ ਹੋ। ਦਿਸ ਇਜ਼ ਨੋਨ ਐਜ਼ ਨਖੇੜ ਕੀਪ, ਔਰ ਇਹਨੂੰ ਕੀ ਕਹਿੰਦੇ ਆ ਸੈਪਰੇਟਿੰਗ ਫਨਲ, ਠੀਕ। then how in the experimentally how we can separate, you can see we have put the oil and water mixture in the separating funnel. The oil is less denser than water, it form the upper layer, and water will form the lower layer. When we open the stopcock, the water will be collected in the flask and the oil remain in the separating funnel or the nakhedak keep.
Then other method is how to separate a solid from a solution. We have a solution of copper sulfate. Let it be first the filtration ਕਰਦੇ ਆ, ਫਿਰ evaporation ਵਾਸ਼ਪੀਕਰਨ ਕੀਤਾ ਜਾਂਦਾ, ਦੈਨ ਉਹਦੇ ਇਹਨੂੰ ਥੋੜ੍ਹੀ ਦੇਰ ਲਈ ਪਿਆ ਰਿਹਾ ਦਿੱਤਾ ਜਾਂਦਾ। ਇਸ ਐਕਸਪੈਰੀਮੈਂਟ 'ਚ ਕੀ ਦਿਖਾ ਰਿਹਾ, ਪੈਨਸਲ ਦੇ ਨਾਲ ਇੱਕ ਧਾਗਾ ਬੰਨਿਆ ਹੋਇਆ ਅਤੇ ਉਹਨੂੰ ਇੱਦਾਂ ਹੀ ਪਿਆ ਰਹਿਣ ਦਿੱਤਾ ਥੋੜ੍ਹੇ ਟਾਈਮ ਲਈ। ਤੁਸੀਂ ਕੀ ਦੇਖੋਗੇ, ਇਸ ਧਾਗੇ ਦੇ ਨਾਲ ਸਾਰੇ ਕਾਪਰ ਸਲਫੇਟ ਦੇ ਕ੍ਰਿਸਟਲਸ ਲੱਗ ਜਾਣਗੇ। ਆਫਟਰ ਏ ਫਿਊ ਟਾਈਮ ਯੂ ਵਿਲ ਸੀ ਨੋਟ ਕਿ ਸਾਰੇ ਕ੍ਰਿਸਟਲਸ ਠੀਕ ਹੈ ਸੈਪਰੇਟ ਹੋ ਗਏ। ਜਿਸ ਤਰ੍ਹਾਂ ਅਸੀਂ ਖੰਡ ਤੋਂ ਮਿਸ਼ਰੀ ਬਣਾਉਂਦੇ ਹੈਗੇ ਆ, ਤਾਂ ਇੱਦਾਂ ਸੋਲਿਊਸ਼ਨ 'ਚੋਂ ਤੁਸੀਂ ਸੋਲਿਡ ਨੂੰ ਸੈਪਰੇਟ ਕਰ ਸਕਦੇ ਹੋ ਬਾਈ ਦਿਸ ਮੈਥਡ, ਕ੍ਰਿਸਟਲਾਈਜੇਸ਼ਨ ਆਫ ਦੀ ਕਾਪਰ ਸਲਫੇਟ। ਦੈਨ ਕ੍ਰੋਮੈਟੋਗ੍ਰਾਫੀ ਦੇ ਨਾਲ ਅਸੀਂ ਕੀ ਲਿਆ, ਇੱਕ ਬੀਕਰ ਲਿਆ, ਬੀਕਰ ਦੇ ਵਿੱਚ ਪਾਣੀ ਪਾਇਆ ਜਾਂ ਅਲਕੋਹਲ ਵਗੈਰਾ ਜਿਹੜਾ, ਔਰ ਫਿਲਟਰ ਪੇਪਰ ਦੀ ਕੱਟ ਕੇ ਇੱਕ ਸਟ੍ਰਿਪ, ਠੀਕ ਆ, ਉਹਦੇ ਨੀਚੇ ਪੁਆਇੰਟ ਰੈੱਡ ਅਤੇ ਬਲਿਊ ਇੰਕ ਦਾ ਇੱਕ ਡਰੋਪ ਲਗਾਤੀ, ਠੀਕ ਹੈ। ਉਸ ਤੋਂ ਬਾਅਦ ਉਸ ਨੂੰ ਪਾਣੀ 'ਚ ਖੜਾ ਕਰਤਾ ਅਤੇ ਉੱਪਰੋਂ ਢੱਕਤਾ। ਤਾਂ ਤੁਸੀਂ ਦੇਖ ਸਕਦੇ ਹੋ ਕਪਿਲਰੀ ਐਕਸ਼ਨ ਦੇ ਕਰਕੇ ਪਾਣੀ ਕੀ ਆ ਅਬਜ਼ੋਰਬ ਹੋ ਰਿਹਾ ਬਾਏ ਦੀ ਫਿਲਟਰ ਪੇਪਰ। ਤਾਂ ਇਹਦੇ ਨਾਲ ਪਿਗਮੈਂਟਸ ਵੀ, ਜਿਵੇਂ ਬਲਿਊ ਕਲਰ ਦੀ ਸਪੀਡ ਕੀ ਹੈ ਜ਼ਿਆਦਾ ਹੈਗੇ ਆ, ਤਾਂ ਇਹ ਸੈਪਰੇਟ ਹੋ ਜਾਂਦੇ ਆ ਡਿਊ ਟੂ ਸਪੀਡ ਆਫ ਅਬਜ਼ੋਰਪਸ਼ਨ। ਫਿਲਟਰ ਪੇਪਰ ਨੇ ਬਲਿਊ ਕਲਰ ਨੂੰ ਜ਼ਿਆਦਾ ਅਬਜ਼ੋਰਬ ਕਰ ਰਿਹਾ, ਰੈੱਡ ਨੂੰ ਘੱਟ, ਤਾਂ ਇਹਨਾਂ ਦੀ ਜੋ ਰਿਫਰੈਕਟਿਵ ਸਪੀਡ ਹੁੰਦੀ ਹੈ ਉਹਦੇ ਅਕੋਰਡਿੰਗ ਦੇ ਵਿਲ ਸੈਪਰੇਟ। ਦਿਸ ਇਜ਼ ਨੋਨ ਐਜ਼ ਦੀ chromatography, where the chromatography is used in the to separate the proteins, blood ਦੀ ਟੈਸਟਿੰਗ ਲਈ chromatography, ਔਰ ਇਨ ਮੈਡੀਕਲ ਸਾਇੰਸਿਸ, ਠੀਕ ਹੈ। chromatography ਪ੍ਰੋਟੀਨਸ ਨੂੰ ਸੈਪਰੇਟ ਕਰਨ ਲਈ ਯੂਜ਼ ਕੀਤੀ ਜਾਂਦੀ ਹੈ। ਯੂ ਕੈਨ ਸੀ ਦੀ ਪਿਗਮੈਂਟਸ ਆਰ ਸੈਪਰੇਟਿੰਗ ਟੂ ਸੈਪਰੇਟ ਦੀ ਪਿਗਮੈਂਟ ਫੋਰ ਦੀ ਕਲਰਿੰਗ ਕਲੋਥਸ। ਦੀ ਟੈਕਨੀਕ ਆਫ chromatography ਇਜ਼ ਯੂਜ਼ਡ। ਦੇਖ ਸਕਦੇ ਹੋ ਅਸੀਂ ਕੀ ਆ, ਇੱਕ ਫਿਲਟਰ ਪੇਪਰ 'ਤੇ ਲਾਈਨ ਲਗਾਈ ਆ, ਉੱਥੇ ਕੀ ਆ ਅਲੱਗ ਅਲੱਗ ਕਲਰਸ ਦੇ ਡਰੋਪ ਲਗਾਤੇ। ਵੈਨ ਵੀ ਪਲੇਸ ਇਨ ਅਲਕੋਹਲ ਔਰ ਵਾਟਰ, ਤਾਂ ਉਹ ਕੀ ਹੈ ਅਬਜ਼ੋਰਪਸ਼ਨ ਹੋਏਗੀ। ਇਹ ਥਿਨ ਲੇਅਰ ਕ੍ਰੋਮੈਟੋਗ੍ਰਾਫੀ ਸੀ, ਇੱਕ ਗਲਾਸ ਸਲਾਈਡ ਦੇ ਉੱਤੇ ਅਸੀਂ ਕਾਰਬੋਨੇਟ ਦੀ, ਕੈਲਸ਼ੀਅਮ ਕਾਰਬੋਨੇਟ ਦੀ ਪਰਤ ਚੜ੍ਹਾਈ ਹੈ। ਇੱਦਾਂ ਤੁਸੀਂ ਪਿਗਮੈਂਟਸ ਨੂੰ ਵੀ ਸੈਪਰੇਟ ਕਰ ਸਕਦੇ ਹੋ। ਇਹ ਦੇਖੋ ਬਲਿਊ ਐਂਡ ਗਰੀਨ ਕਲਰ, ਠੀਕ ਹੈ, ਅਲੱਗ ਅਲੱਗ ਲੇਅਰਸ ਕੀ ਹੈ। ਯੈਲੋ ਕਲਰ ਦੀ ਸਪੀਡ ਯਾਦ ਹੈ ਤਾਂ ਉਹ ਸੈਪਰੇਟ ਹੋ ਗਿਆ। ਦਿਸ ਪ੍ਰੋਸੈਸ ਇਜ਼ ਨੋਨ ਐਜ਼ ਕ੍ਰੋਮੈਟੋਗ੍ਰਾਫੀ ਇਜ਼ ਯੂਜ਼ਡ ਟੂ ਸੈਪਰੇਟ ਦੀ ਪ੍ਰੋਟੀਨਸ ਐਕਸਟਰਾ, ਤਾਂ ਉਹਨਾਂ ਨੂੰ ਸੈਪਰੇਟ ਕਰਨ ਲਈ ਯੂਜ਼ ਕੀਤੀ ਜਾਂਦੀ ਹੈ। ਨਾਓ ਅਗਲਾ ਪ੍ਰੋਸੈਸ ਹੈਗਾ ਦੋ ਸੋਲੂਬਲ ਘੁਲਣਸ਼ੀਲ, ਜਿਵੇਂ ਵਾਟਰ ਐਂਡ ਅਲਕੋਹਲ ਦਾ ਮਿਕਸਚਰ ਆ, ਉਹਨੂੰ ਕਿਵੇਂ ਸੈਪਰੇਟ ਕਰਨਾ। ਤੁਸੀਂ ਦੇਖਦੇ ਹੋ ਕਿ ਅਲਕੋਹਲ ਦੇ ਵੇਪਰ ਕੀ ਹੈ ਜਲਦੀ ਬਣਦੇ ਆ। ਅਸੀਂ ਪਹਿਲਾਂ ਸਾਰਾ ਐਕਸਪੈਰੀਮੈਂਟਲ ਸੈਟਅਪ ਦੇਖਦੇ ਹਾਂ। ਇਹਦੇ ਵਿੱਚ ਕੀ ਲਿਆ, ਟਰਾਈਪੋਡ ਸਟੈਂਡ, ਉਹਦੇ ਉੱਤੇ ਵਾਇਰ ਗੋਜ਼ ਰੱਖੀ ਹੈ, ਰਾਊਂਡ ਬੋਟਮ ਫਲਾਸਕ, ਲੇ ਬੈਗ, ਕੰਡੈਂਸਰ ਲਗਾਇਆ। ਕੰਡੈਂਸਰ ਕੀ ਹੁੰਦਾ, ਜਿਹਦੇ ਵਿੱਚ ਕੂਲਿੰਗ ਹੁੰਦੀ ਹੈ, ਠੀਕ ਹੈ। ਕੰਡੈਂਸ ਹੋਣਗੇ ਵੇਪਰਸ, ਚੇਂਜਸ ਇਨਟੂ ਦੀ ਲਿਕੁਡ, ਠੰਡੇ ਹੋ ਕੇ ਵੇਪਰਸ ਗੈਸ 'ਚ ਚੇਂਜ ਹੋ ਜਾਣਗੇ। ਲਿਕੁਡ 'ਚ ਥਰਮਾਮੀਟਰ ਲਗਾਇਆ ਟੂ ਮੇਜ਼ਰ ਦੀ ਟੈਂਪਰੇਚਰ। ਜਦੋਂ ਵੇਪਰ ਕੰਡੈਂਸ ਹੋ ਜਾਂਦੇ ਆ ਤਾਂ ਉਹ ਕੀ ਹੈ ਲਿਕੁਡ 'ਚ ਕਨਵਰਟ ਹੋ ਗਏ। ਇੱਧਰ ਅਸੀਂ ਡਿਸਟਿਲ ਵਾਟਰ ਸੈਪਰੇਟ ਕਰ ਸਕਦੇ ਹਾਂ। ਸਪੋਜ਼ ਇਸ ਫਲਾਸਕ ਦੇ ਵਿੱਚ ਅਸੀਂ ਕਿਆ ਲਿਆ ਹੈਗਾ, ਨਮਕ ਔਰ ਪਾਣੀ ਦਾ ਘੋਲ ਲਿਆ, ਉਹ ਤੋਂ ਡਿਸਟਿਲ ਵਾਟਰ ਬਣਾਉਣਾ, ਇੰਪਿਓਰਿਟੀਜ਼ ਸੈਪਰੇਟ ਕਰਨੀਆਂ। ਇੰਪਿਓਰ ਵਾਟਰ ਇਨ ਦੀ RBF ਰਾਊਂਡ ਬੋਟਮ ਫਲਾਸਕ 'ਚ ਲਿਆ ਹੈਗਾ। ਜਦੋਂ ਅਸੀਂ ਇਹਨੂੰ ਹੀਟ ਕਰਦੇ ਹਾਂ, ਠੀਕ ਆ, ਵਾਟਰ ਦੇ ਵੇਪਰਸ ਬਣ ਜਾਣਗੇ। ਉਹ ਲੇਬੈਗ ਕੰਡੈਂਸਰ, ਲੇਬੈਗ ਕੰਡੈਂਸਰ ਦੇ ਨੀਚੇ ਪਾਸੇ ਇੱਕ ਪਾਈਪ ਹੈ ਜਿੱਥੇ ਲਿਖਿਆ ਕੋਲਡ ਵਾਟਰ ਆਊਟਲੈਟ। ਇਹਦੇ ਵਿੱਚ ਦੀ ਇਨਲੈਟ ਦੇ ਵਿੱਚ ਦੀ ਪਾਣੀ ਆਏਗਾ ਠੰਡਾ, ਔਰ ਆਊਟਲੈਟ ਦੇ ਵਿੱਚ ਦੀ ਪਾਣੀ ਕੀ ਆ ਗਰਮ ਹੋ ਕੇ ਬਾਹਰ ਨਿਕਲੇਗਾ, ਕਿਉਂਕਿ ਵੇਪਰਸ ਉਹਨੂੰ ਆਪਣੀ ਹੀਟ ਦੇ ਦੇਣਗੇ, ਖੁਦ ਕੂਲ ਡਾਊਨ ਹੋ ਜਾਣਗੇ। ਤਾਂ ਕੰਡੈਂਸਰ ਦਾ ਕੰਮ ਹੀ ਹੈ ਕਿ ਵੇਪਰਸ ਨੂੰ ਕੂਲ ਡਾਊਨ ਕਰਕੇ ਲਿਕੁਡ 'ਚ ਕਨਵਰਟ ਕਰਨਾ। ਦਿਸ ਲੌਂਗ ਪਾਈਪ ਇਜ਼ ਨੋਨ ਐਜ਼ ਕੰਡੈਂਸਰ, ਠੀਕ ਹੈ। ਤਾਂ ਲੇਬੈਗ ਕੰਡੈਂਸਰ ਦੀ ਹੈਲਪ ਦੇ ਨਾਲ ਅਸੀਂ ਵਾਟਰ ਦੇ ਵੇਪਰਸ ਨੂੰ ਕੰਡੈਂਸ ਕਰਕੇ ਦੇ ਆਰ ਅਗੇਨ ਕਨਵਰਟਡ ਇਨਟੂ ਦੀ ਲਿਕੁਡ। ਦਿਸ ਵੇ ਡਿਸਟਿਲ ਵਾਟਰ ਇਜ਼ obtained. This is known as the distillation, where it is used to separate the insoluble, ਦੋ ਘੁਲਣਸ਼ੀਲ ਦਰਵਾਂ ਨੂੰ ਅਲੱਗ ਕਰਨ ਲਈ ਇਸ ਟੈਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਵਾਟਰ ਦੇ ਕੀ ਬਣਾ ਲਏ, ਵੇਪਰਸ ਬਣਾ ਲਏ, ਅਤੇ ਉਹਨਾਂ ਨੂੰ ਕੀ ਕਰ ਲਿਆ, ਸੈਪਰੇਟ ਕਰ ਲਿਆ। ਤੁਸੀਂ ਈਜ਼ਲੀ ਬੜਾ ਦੇਖ ਸਕਦੇ ਹੋ। ਔਰ ਅਗੇਨ ਫॉर the repetition I have placed some material more
ਡਿਊ ਟੂ ਸੋ ਦੈਟ ਇਹ ਕੀ ਹੈ RBF 'ਚ ਰਾਊਂਡ ਬੋਟਮ ਫਲਾਸਕ 'ਚ ਵੇਪਰ ਬਣ ਰਹੇ ਆ, ਥਰਮਾਮੀਟਰ 'ਤੇ ਟੈਂਪਰੇਚਰ ਨੋਟ ਹੋਏਗਾ। ਵੇਪਰਸ ਕਿੱਥੋਂ ਦੀ ਮੂਵ ਕਰ ਰਹੇ ਹੈਗਾ, ਲੇਬੇ ਕੰਡੈਂਸਰ 'ਚ ਜਾਣਗੇ, ਕੂਲ ਡਾਊਨ ਹੋ ਜਾਣਗੇ, ਕੰਡੈਂਸ ਹੋ ਗਏ, ਕੰਡੈਂਸ ਹੋ ਕੇ ਦੁਬਾਰਾ ਲਿਕੁਇਡ ਬਣ ਗਿਆ। ਉਸ ਲਿਕੁਇਡ ਨੂੰ ਅਸੀਂ ਕਿੱਧਰ ਕੋਲੈਕਟ ਕੀਤਾ ਹੈਗਾ, ਇਨ ਦੀ ਬੀਕਰ। ਠੀਕ ਹੈ, ਦੀਸ ਪੇਪਰ ਕੰਡੈਂਸ in the water condenser and converted into the liquid again and collected। क्या ਹੋ ਰਿਹਾ, ਮਿਕਸਚਰ ਨੂੰ ਅਸੀਂ ਹੀਟ ਕਰ ਰਹੇ ਹਾਂ, ਥਰਮਾਮੀਟਰ 'ਤੇ ਰੀਡਿੰਗ ਨੋਟ ਕਰਦੇ ਹਾਂ। ਜਦੋਂ ਵੇਪਰਸ ਬਣ ਜਾਂਦੇ ਆ, ਵੇਪਰ ਕਿੱਧਰ ਜਾਣਗੇ, ਵਾਟਰ ਕੰਡੈਂਸਰ ਦੇ ਵਿੱਚ ਕੂਲ ਡਾਊਨ ਹੋਣਗੇ, ਦੁਬਾਰਾ ਉਸ ਤੋਂ ਲਿਕੁਇਡ ਬਣ ਜਾਂਦਾ ਔਰ ਦੇ ਆਰ ਕੋਲੈਕਟਡ ਇਨ ਦੀ ਬੀਕਰ। ਠੀਕ ਹੈ, liquid is collected in the beaker after the condensation। This technique is also used to separate the petroleum products, the crude oil obtained from after digging, that is known as the black gold। ਉਹਨੂੰ ਇਹਦੇ ਵਿੱਚ ਗਰਮ ਕੀਤਾ ਜਾਂਦਾ, ਇਸ ਨੂੰ ਅੰਸ਼ਕ ਕਸ਼ੀਦਨ ਕਹਿੰਦੇ ਆ ਜਾਂ ਫ੍ਰੈਕਸ਼ਨਲ ਡਿਸਟੀਲੇਸ਼ਨ। ਜਿਸ ਤਰ੍ਹਾਂ ਗੈਸਾਂ ਹੈ ਉਹ ਘੱਟ ਟੈਂਪਰੇਚਰ 'ਤੇ ਇਹਨਾਂ ਦੇ ਮਤਲਬ ਸੈਪਰੇਟ ਹੋ ਗਈਆਂ। ਫਿਰ ਪੈਟਰੋਲ ਦੇ ਵਾਸ਼ਪ ਉਹਨਾਂ ਨੂੰ ਕੰਡੈਂਸ ਕੀਤਾ ਜਾਂਦਾ ਹੈਗਾ। ਉਦੋਂ ਬਾਅਦ ਨੈਪਥਾ ਅਕੋਰਡਿੰਗ ਟੂ ਟੈਂਪਰੇਚਰ, ਕਿੰਨੇ ਟੈਂਪਰੇਚਰ 'ਤੇ ਇਹਨਾਂ ਦੇ ਵੇਪਰਸ ਬਣਦੇ ਆ, ਉਹਨਾਂ ਵੇਪਰਸ ਨੂੰ ਕੂਲ ਡਾਊਨ ਕੀਤਾ ਜਾਂਦਾ ਤਾਂ ਇੱਕ ਇੱਕ ਫਰੈਕਸ਼ਨ ਇਹਨਾਂ ਦਾ ਸੈਪਰੇਟ ਕਰ ਲਿੱਤਾ ਜਾਂਦਾ। ਪੈਟਰੋਲੀਅਮ ਇਜ਼ ਅ ਮਿਕਸਚਰ ਆਫ ਗੈਸਿਸ, ਪੈਟਰੋਲ, ਨੈਪਥਲੀਨ, ਕੈਰੋਸਿਨ ਆਇਲ, ਅਸਫਾਲਟ, ਡੀਜ਼ਲ। ਜਦੋਂ ਅਸੀਂ ਔਰ ਨੀਚੇ ਕੀ ਰਹਿ ਜਾਂਦੀ ਆ ਅਸਫਾਲਟ, ਇਹਨਾਂ ਦੀਆਂ ਸਭ ਦੀਆਂ ਯੂਜ਼ਸ ਪਤਾ, ਪੈਟਰੋਲ ਐਂਡ ਦੀਜ਼ ਆਰ ਯੂਜ਼ਡ ਐਜ਼ ਫਿਊਲਸ ਔਰ ਨੈਪਥਲੀਨ ਦੀ। ਠੀਕ ਹੈ, asphalt is used for making roads। this is known as the fractional distillation। by the heating process we separate the components of the crude petroleum। ਠੀਕ ਹੈ, ਅਲੱਗ-ਅਲੱਗ ਟੈਂਪਰੇਚਰ 'ਤੇ ਹਰ ਇੱਕ ਦੇ ਜਿਵੇਂ ਪੈਟਰੋਲ, ਨੈਪਥਲੀਨ ਕੰਪੋਨੈਂਟਸ ਦੇ ਵੇਪਰ ਬਣਦੇ ਆ, ਉਹਨਾਂ ਵੇਪਰਸ ਨੂੰ ਕੰਡੈਂਸ ਕੀਤਾ ਜਾਂਦਾ, ਅਗੇਨ ਕਨਵਰਟਡ ਇਨਟੂ ਲਿਕੁਇਡ ਔਰ ਗੈਸ ਜੋ ਵੀ ਹੈ ਸੋਲਿਡ। ਤਾਂ ਦਿਸ ਵੇ ਬਾਈ ਦੀ ਹੀਟਿੰਗ ਪ੍ਰੋਸੈਸ, ਦਿਸ ਇਜ਼ ਨੋਨ ਐਜ਼ ਦੀ ਫ੍ਰੈਕਸ਼ਨਲ ਡਿਸਟੀਲੇਸ਼ਨ ਔਰ ਅੰਸ਼ਕ ਕਸ਼ੀਦਨ ਵਿਧੀ ਦੇ ਰਾਹੀਂ ਅਸੀਂ ਪੈਟਰੋਲੀਅਮ ਦੇ ਪ੍ਰੋਡਕਟਸ ਨੂੰ ਸੈਪਰੇਟ ਕਰਦੇ ਹੈਗੇ ਆ। ਨੈਕਸਟ ਕੁਐਸਚਨ ਹੈਗਾ ਬਾਈ ਦੀ ਕੂਲਿੰਗ, ਸੇਮ ਪ੍ਰੋਸੈਸ ਫ੍ਰੈਕਸ਼ਨਲ ਡਿਸਟੀਲੇਸ਼ਨ ਹੀ ਹੈ, ਪਰ ਇਹ ਕੂਲਿੰਗ ਕਰਕੇ। ਪਹਿਲਾਂ ਜੋ ਪੈਟਰੋਲੀਅਮ ਦੇ ਪਾਰਟ ਸੀ ਉਹ ਗਰਮ ਕਰਕੇ ਸੈਪਰੇਟ ਕੀਤੇ ਸੀਗੇ, ਉਹਨਾਂ ਦੇ ਵਾਸ਼ਪ ਬਣ ਗਏ, ਵਾਸ਼ਪਾਂ ਨੂੰ ਕੀ ਕੀਤਾ, ਠੰਡੇ ਕੀਤਾ, ਤਾਂ ਅਲੱਗ-ਅਲੱਗ ਪ੍ਰੋਡਕਟਸ ਅਸੀਂ ਓਬਟੇਨ ਕਰ ਲਿਆ। ਇਸੇ ਤਰ੍ਹਾਂ ਅਸੀਂ ਫ੍ਰੈਕਸ਼ਨਲ ਡਿਸਟੀਲੇਸ਼ਨ 'ਚ ਕੀ ਕਰਾਂਗੇ, ਕੂਲ ਡਾਊਨ ਕਰਕੇ, ਟੈਂਪਰੇਚਰ ਘਟਾ ਕੇ ਵੀ ਤਾਂ ਸੈਪਰੇਟ ਕਰ ਸਕਦੇ ਹਾਂ। ਜੇ ਟੈਂਪਰੇਚਰ ਵਧਾਉਂਦੇ ਆ, ਵਧਾ ਕੇ ਸੈਪਰੇਟ ਕੀਤੇ ਕੰਪੋਨੈਂਟਸ ਪੈਟਰੋਲੀਅਮ ਦੇ, ਇਸੇ ਤਰ੍ਹਾਂ ਟੈਂਪਰੇਚਰ ਨੂੰ ਘਟਾ ਕੇ। ਠੀਕ ਹੈ, ਅਲੱਗ-ਅਲੱਗ ਹਰ ਇੱਕ ਦਾ ਫਰੀਜ਼ਿੰਗ ਪੁਆਇੰਟ ਅਲੱਗ-ਅਲੱਗ ਹੁੰਦਾ। ਜਿਵੇਂ ਏਅਰ ਇਜ਼ ਅ ਮਿਕਸਚਰ ਆਫ ਵੇਰੀਅਸ ਗੈਸਿਸ, ਯੂ ਨੋ ਕਿ ਏਅਰ ਦੇ ਵਿੱਚ 78% ਨਾਈਟ੍ਰੋਜਨ ਹੈ, ਉਹ 21% ਆਕਸੀਜਨ ਹੈ। ਤਾਂ ਇਸ ਤੋਂ ਇਹਨੂੰ ਲਿਕੁਫਾਈ ਕਿਵੇਂ ਕੀਤਾ ਜਾਂਦਾ, ਅਸੀਂ ਕੀ ਕਰਦੇ ਹੈਗੇ ਆ, ਏਅਰ ਨੂੰ ਕੰਪਰੈਸ ਕਰਦੇ ਹਾਂ, ਕੰਪਰੈਸ ਕਰਨ ਨਾਲ ਉਹ ਗਰਮ ਹੋਏਗੀ। ਠੀਕ ਹੈ, ਜਦੋਂ ਏਅਰ ਨੂੰ ਕੰਪਰੈਸ ਕੀਤਾ ਜਾਂਦਾ ਤਾਂ ਉਹ ਗਰਮ ਹੋ ਜਾਂਦੀ ਹੈ, ਫਿਰ ਉਹਨੂੰ ਠੰਡਾ ਕੀਤਾ ਜਾਂਦਾ ਹੈਗਾ, ਮਤਲਬ ਕੰਡੈਂਸ ਕੀਤਾ ਜਾਂਦਾ। ਤਾਂ ਕੰਡੈਂਸ ਕਰਕੇ ਉਹਦੇ ਕੀ ਬਣ ਜਾਣਗੇ, ਵੇਪਰ, ਕੰਡੈਂਸਰ 'ਚ ਹੀ ਕਰਾਂਗੇ ਨੈਚੁਰਲੀ। ਤਾਂ ਵੇਪਰਸ ਨੂੰ ਕੂਲ ਡਾਊਨ ਕਰਕੇ ਅਸੀਂ ਲਿਕੁਇਡ 'ਚ ਕਨਵਰਟ ਕਰ ਲੈਂਦੇ ਹਾਂ। ਇੱਦਾਂ ਨਾਈਟ੍ਰੋਜਨ, ਜਿਵੇਂ ਨਾਈਟ੍ਰੋਜਨ ਹੈ ਉਹ 198 ਡਿਗਰੀ ਸੈਲਸੀਅਸ 'ਤੇ ਕੀ ਹੋ ਜਾਏਗੀ, ਸੈਪਰੇਟ ਹੋ ਜਾਏਗੀ। ਆਕਸੀਜਨ ਹੋਰ ਕੂਲਿੰਗ ਕਰਨ ਦੇ ਨਾਲ ਸੈਪਰੇਟ ਹੋ ਜਾਂਦੀ ਹੈ। ਯੂ ਕੈਨ ਸੀ ਕਿ ਏਅਰ, ਅਸੀਂ ਇਹਦੇ ਵਿੱਚੋਂ ਏਅਰ ਨੂੰ ਪਾਸ ਕਰਾ ਰਹੇ ਹੈਗੇ ਆ। ਪਹਿਲਾਂ ਕੰਪਰੈਸ ਕਰਨ 'ਤੇ ਏਅਰ ਕੀ ਹੋ ਜਾਂਦੀ ਹੈ, ਗਰਮ ਹੋ ਜਾਂਦੀ ਹੈ। ਫਿਰ ਉਹਨੂੰ ਠੰਡੀ ਦੀ ਕੰਪਰੈਸਡ ਏਅਰ ਨੂੰ ਕੂਲ ਕੀਤਾ ਜਾਂਦਾ ਅਤੇ ਇਹਨੂੰ ਕੂਲ ਕਰਨ 'ਤੇ ਸੈਪਰੇਟ ਹੋ ਜਾਂਦੀ ਹੈ। ਜਿਵੇਂ 190 ਡਿਗਰੀ 'ਤੇ ਕਿਆ ਨਾਈਟ੍ਰੋਜਨ ਮਤਲਬ ਫਰੀਜ਼ ਹੋ ਰਹੀ ਹੈਗੀ ਆ, ਕੂਲ ਹੋ ਰਹੀ ਹੈ, ਗੈਸ ਕੰਡੈਂਸੇਸ਼ਨ ਹੋ ਰਹੀ ਹੈਗੀ ਆ। ਔਰ 185 ਅਤੇ 185 ਡਿਗਰੀ ਸੈਲਸੀਅਸ 'ਤੇ ਲਿਕੁਇਡ ਆਕਸੀਜਨ ਸੈਪਰੇਟ ਹੋ ਰਹੀ ਹੈ। ਕੰਪਰੈਸ ਕਰਨ 'ਤੇ ਪਹਿਲਾਂ ਹੀਟ ਹੁੰਦੀ ਹੈ, ਫਿਰ ਉਹਨੂੰ ਕੰਪਰੈਸਰ ਦੇ ਵਿੱਚ ਕੂਲ ਕੀਤਾ ਜਾਂਦਾ ਹੈਗਾ, ਕੂਲਿੰਗ ਕਰਨ ਦੇ ਨਾਲ। ਠੀਕ ਹੈ, ਅਲੱਗ-ਅਲੱਗ ਫਰੀਜ਼ਿੰਗ ਪੁਆਇੰਟ 'ਤੇ ਉਹ ਕੀ ਹੋ ਜਾਣਗੀਆਂ, ਏਅਰ ਕੰਪੋਨੈਂਟਸ ਆਫ ਏਅਰ ਵਿਲ ਸੈਪਰੇਟ। ਸੇਮ ਪ੍ਰੋਸੈਸ ਇਜ਼ ਯੂਜ਼ਡ ਫॉर ਦੀ
ਵੇਸਟ ਵਾਟਰ ਟਰੀਟਮੈਂਟ ਕਰਨ ਲਈ, ਜੋ ਪਾਣੀ ਹੈਗਾ ਉਹਨੂੰ ਕਿਵੇਂ ਸਾਫ਼ ਕਰਨਾ ਹੈਗਾ ਲਾਰਜ ਸਕੇਲ 'ਤੇ। ਵੇਸਟ ਵਾਟਰ ਨੂੰ ਅਸੀਂ ਭੇਜਦੇ ਹੈਗੇ ਆ ਪ੍ਰਾਇਮਰੀ ਟਰੀਟਮੈਂਟ ਲਈ। ਸਭ ਤੋਂ ਪਹਿਲਾਂ ਇਹਨੂੰ ਕੋਰਸ ਜਾਂ ਗ੍ਰਿਟ ਦੇ ਉੱਤੇ, ਠੀਕ ਹੈ, ਲੇਅਰਸ ਹੁੰਦੀਆਂ ਪੱਥਰਾਂ ਦੀਆਂ, ਕੰਕਰਾਂ ਦੀਆਂ ਜਾਂ ਮਿੱਟੀ ਦੇ ਉੱਤੋਂ ਦੀ ਪਾਸ ਕੀਤਾ ਜਾਂਦਾ। ਜਿਹੜੇ ਪਾਰਟੀਕਲਸ ਹੁੰਦੇ ਆ, ਇੰਪਿਓਰਿਟੀਜ਼ ਦੇ ਪਾਰਟੀਕਲ, ਉਹਨਾਂ ਨੂੰ ਕੀ ਹੈ ਸੈਂਡ ਵਗੈਰਾ ਅਬਜ਼ੋਰਬ ਕਰ ਲਏਗੀ, ਤਾਂ ਉੱਪਰੋਂ ਵਾਟਰ ਨੂੰ ਅੱਗੇ ਪ੍ਰਾਇਮਰੀ ਕਲੈਰੀਫਿਕੇਸ਼ਨ ਲਈ ਭੇਜਿਆ ਜਾਂਦਾ ਹੋਰ ਸਾਫ਼ ਲਈ। ਤਾਂ ਸੋਲਿਡ ਸਲਜ ਵਗੈਰਾ ਨੀਚੇ ਬੈਠ ਜਾਂਦੀ ਹੈਗੀ ਆ ਡਾਈਜੈਸਟਰ ਦੇ ਵਿੱਚ, ਅਤੇ ਇਸ ਤੋਂ ਖਾਦ ਬਣਾਈ ਜਾਂਦੀ ਆ। ਅੱਗੇ ਪਾਣੀ ਨੂੰ ਹੋਰ ਆਕਸੀਜਨ ਪਾਸ ਕੀਤੀ ਜਾਂਦੀ ਆ, ਉਹਨੂੰ ਏਰੀਏਸ਼ਨ ਕਹਿੰਦੇ ਆ। ਦੈਨ ਫਿਰ ਅੱਗੇ ਇਹਨੂੰ ਭੇਜਿਆ ਜਾਂਦਾ ਪਾਣੀ ਨੂੰ ਅਗਲੇ ਕੰਪਾਰਟਮੈਂਟ 'ਚ, ਜਿਸ 'ਚ ਇਹਨੂੰ ਹੋਰ ਪਿਓਰੀਫਾਈ ਕੀਤਾ ਜਾਂਦਾ। ਰਿਮੇਨਿੰਗ ਸਲਜ ਜੋ ਵੀ ਸੋਲੂਬਲ ਪਾਰਟੀਕਲਸ ਹੈਗੇ ਆ ਦੇ ਵਿਲ ਸੈਟਲ ਡਾਊਨ। ਫਿਰ ਇਹਨੂੰ ਡਿਸਇਨਫੈਕਟੈਂਟ ਕਰਨ ਲਈ ਅਸੀਂ ਇਹਦੇ ਵਿੱਚੋਂ ਕਲੋਰੀਨ ਜਾਂ ਅਲਟਰਾਵਾਇਲੇਟ ਲਾਈਟ ਕੀ ਹੈ ਪਾਸ ਕਰਦੇ ਹੈਗੇ ਆ। ਡਿਸਕਲੋਰੀਨ ਬਲੀਚਿੰਗ ਪਾਊਡਰ ਤੋਂ ਓਬਟੇਨ ਹੁੰਦੀ ਹੈ, ਠੀਕ ਹੈ। ਦੈਨ ਦਿਸ ਕਲੈਰੀਫਾਈਡ ਵਾਟਰ ਇਜ਼ ਸਪਲਾਈ ਕੀਤਾ ਜਾਂਦਾ ਹੈਗਾ। ਉਸ ਤੋਂ ਬਾਅਦ ਵੀ ਅਸੀਂ RO ਟਰੀਟਮੈਂਟ ਕਰਦੇ ਹਾਂ ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ। ਤਾਂ ਜਿਹੜੇ ਸੋਲੂਬਲ ਪਾਰਟੀਕਲਸ ਆ ਉਹ ਨੀਚੇ ਬੈਠ ਜਾਣਗੇ ਸੈਂਡ ਵਗੈਰਾ 'ਚ ਜਾਂ ਮਿੱਟੀ ਦੀਆਂ ਲੇਅਰ 'ਚ। ਚਾਰਕੋਲ ਵੀ ਲਗਾ ਸਕਦੇ ਹੈਗੇ ਹੋ। ਫਿਰ ਉੱਪਰੋਂ ਪਾਣੀ, ਠੀਕ ਹੈ, ਜਿਵੇਂ ਡੀਕੈਂਟ ਕਰਦੇ ਹਾਂ ਉੱਪਰੋਂ ਪਾਣੀ ਨਿਤਾਰ ਕੇ ਕਹਿ ਲਓ, ਉੱਪਰੋਂ ਪਾਣੀ ਕੀ ਆ ਅਗਲੇ ਚੈਂਬਰ 'ਚ ਭੇਜਿਆ ਜਾਂਦਾ, ਜਿੱਥੇ ਉਹਦੇ ਵਿੱਚ ਉਹਦੀ ਏਰੀਏਸ਼ਨ ਏਅਰ ਪਾਸ ਕੀਤੀ ਜਾਂਦੀ ਆ, ਆਕਸੀਜਨੇਟਡ ਕੀਤਾ ਜਾਂਦਾ। ਹੋਰ ਉਹਨੂੰ ਕਲੀਅਰ ਕੀਤਾ ਜਾਂਦਾ, ਜਿਵੇਂ ਚਾਰਕੋਲ ਦੀ ਲੇਅਰ ਵਿੱਚੋਂ ਪਾਸ ਕਰਕੇ, ਤਾਂ ਇੰਪਿਓਰਿਟੀਜ਼ ਨੂੰ ਅਬਜ਼ੋਰਬ ਕਰ ਲਏਗਾ ਪਾਣੀ ਕੀ ਆ ਹੋਰ ਕਲੀਅਰ ਹੋ ਜਾਏਗਾ। ਦੈਨ ਕਲੋਰੀਨੇਸ਼ਨ, ਪਹਿਲਾਂ ਸੈਡੀਮੈਂਟੇਸ਼ਨ, ਫਿਰ ਯੂ ਕੈਨ ਸੇ ਏਰੀਏਸ਼ਨ, ਦੈਨ ਕਲੈਰੀਫਿਕੇਸ਼ਨ ਐਂਡ ਡਿਸਇਨਫੈਕਟੈਂਟ। ਇੱਦਾਂ ਵਾਟਰ ਦੀ ਟਰੀਟਮੈਂਟ ਕੀਤੀ ਜਾਂਦੀ ਹੈ। ਦਿਸ ਵਾਜ਼ ਆਲਸੋ ਏ ਗੁੱਡ ਪ੍ਰੋਸੈਸ, ਠੀਕ ਹੈ, ਵੀ ਵੇਸਟ ਵਾਟਰ ਨੂੰ। ਪਰ ਇੱਥੇ ਥੋੜ੍ਹਾ ਜਿਹਾ ਸਪੇਸ ਘੱਟ ਹੋਣ ਕਰਕੇ ਕਲੀਅਰਲੀ ਸ਼ਾਇਦ ਨਜ਼ਰ ਨਹੀਂ ਆ ਰਿਹਾ। ਵਾਟਰ ਜੋ ਹੈ ਡਰਿੰਕਿੰਗ ਪਰਪਸ ਲਈ ਕੈਮੀਕਲ ਐਡਸ ਕੀਤੇ ਜਾਂਦੇ ਆ, ਫਿਰ ਉਹਦੀ ਸੈਡੀਮੈਂਟੇਸ਼ਨ ਕੀਤੀ ਜਾਂਦੀ ਹੈ, ਕੋਐਗੂਲੇਸ਼ਨ ਔਰ ਫਲਕੂਲੇਸ਼ਨ ਮੀਨਸ ਕੀ ਹੈ ਅਲਮਸ ਵਗੈਰਾ ਪਾ ਕੇ ਉਹਨੂੰ ਇਕੱਠਾ ਕੀਤਾ ਜਾਂਦਾ ਇੰਪਿਓਰਿਟੀਜ਼ ਨੂੰ। ਦੈਨ ਸਟੋਰੇਜ, ਠੀਕ ਹੈ, ਫਿਲਟਰੇਸ਼ਨ ਕੀਤੀ ਜਾਂਦੀ ਹੈ ਜਾਂ ਸਟੋਰੇਜ ਟੈਂਕ ਦੇ ਵਿੱਚ ਕਲੋਰੀਨ ਪਾਸ ਕੀਤੀ ਜਾਂਦੀ ਹੈਗੀ ਆ। ਇੱਦਾਂ ਤੁਸੀਂ ਕਰ ਸਕਦੇ ਹੈਗੇ ਹੋ। ਸੇਮ ਹੀ ਹੈਗੀ ਆ ਵਾਟਰ ਦੀ ਟਰੀਟਮੈਂਟ। ਦਿਸ ਵਾਜ਼ ਆਲਸੋ ਏ ਕਲੀਅਰ ਸਲਾਈਡ ਸੀਗੀ, ਪਰ ਡਿਊ ਟੂ ਸਮ ਸਪੇਸ ਤਾਂ ਇਹ ਬੜੀ ਸੋਹਣੀ ਸਲਾਈਡ ਸੀਗੀ। ਚਲੋ ਜੋ ਹੋ ਗਿਆ। Thank you for watching the video. This is the distillation process, how we get the distilled water. This is all about how we separate the substances, ਦੋ ਘੁਲਣਸ਼ੀਲ ਦਰਵਾਂ ਨੂੰ ਜਾਂ ਸੋਲੂਬਲ ਸੋਲਿਡਸ ਨੂੰ, ਠੀਕ ਹੈ, ਕਿਵੇਂ ਸੈਪਰੇਟ ਕਰਨਾ ਹੈਗਾ ਬਾਏ ਦੀ ਮੈਗਨੇਟ, ਬਾਏ decantation, filtration, distillation, fractional distillation, sedimentation. These are the various by sublimation, ਠੀਕ ਹੈ, ਜੋਹਰ ਉਡਾਉਣਾ, ਇਹ ਸਾਰੀਆਂ ਟੈਕਨੀਕਸ ਹੈਗੀਆਂ ਜਿਹਦੇ ਨਾਲ ਅਸੀਂ ਕੀ ਹੈ ਸੈਪਰੇਟ ਕਰਦੇ ਹਾਂ। ਇਸ ਤੋਂ ਬਿਨਾਂ ਵੀ ਓਰਸ ਨੂੰ ਕਨਵੇਅਰ ਬੈਲਟ 'ਤੇ, ਠੀਕ ਹੈ, ਔਰ ਤੋਂ ਜੋ ਹੈ ਮਿਨਰਲਸ ਓਬਟੇਨ ਕਰਨ ਲਈ ਉਹਦੇ ਵਿੱਚ ਵੀ ਬਹੁਤ ਸਾਰੀਆਂ ਟੈਕਨੀਕਸ, ਕੈਮੀਕਲ ਮੈਥਡ ਯੂਜ਼ ਕੀਤੇ ਜਾਂਦੇ ਆ। ਹਾਊ ਦੀ ਪਿਓਰ ਮੈਟਲ ਇਜ਼ ਓਬਟੇਨ ਫਰੋਮ ਇਟਸ ਓਰ, that is the another topic in the 11th class. You can read when you will be in the 11th class. Thank you for watching the video.